हेलो फ्रेंड, वेलकम टू इन हाईफाई जी के गुरु जी। हाँ जी फ्रेंड्स, अज की क्लास में आपां पढ़ांगे 1858 का भारत सरकार अधिनियम जी। जी आपां एक्ट की गल करिए कि एक्ट जिहड़ा सी इहदियां की विशेषतावां सी, ये एक्ट क्यों आया, इहदे नाल की चेंजिस होए ते भारतीय लोकां नूं की फायदा होया, ये सारा कुछ जाणांगे आपां अज की क्लास विच। जी फ्रेंड, जे आप गल करिए कि जो 1858 का एक्ट सीगा भारत सरकार अधिनियम जोड़ा ये क्यों आया, ਇਹਦਾ ਜਿਹੜਾ ਆਉਣ ਦਾ ਮੁੱਖ ਕਾਰਨ ਸੀ ਕਿ 1857 ਦੀ ਜਿਹੜੀ ਆਪਾਂ ਕ੍ਰਾਂਤੀ ਪੜ੍ਹੀ ਆ ਕਿ ਉਹਦੇ ਵਿੱਚ ਕੀ ਸੀ, ਲੋਕਾਂ ਨੇ ਜਿਹੜੀ ਕ੍ਰਾਂਤੀ ਸੀ ਕਿਉਂ ਕੀਤੀ ਸੀ, ਜਿਹੜੀ ਈਸਟ ਇੰਡੀਆ ਕੰਪਨੀ ਆ ਕੀ ਸੀ, ਭਾਰਤੀ ਜਿਹੜੇ ਰਾਜੇ ਸੀ ਉਹਨਾਂ ਦਾ ਕੀ ਸੀ ਅਧਿਕਾਰ ਖੋਹ ਰਹੀ ਸੀਗੀ, ਉਹਨਾਂ ਤੋਂ ਰਾਜ ਖੋਹ ਰਹੀ ਸੀ। ਇਹਦੇ ਨਾਲ ਹੀ ਜਿਹੜੇ ਆਮ ਲੋਕਾਂ 'ਤੇ ਅਤਿਆਚਾਰ ਕਰ ਰਹੀ ਸੀ ਤੇ ਜਿਹੜੇ ਭਾਰਤ ਦੇ ਰੀਤੀ ਰਿਵਾਜ ਆ, ਠੀਕ ਹੈ, ਉਹਨਾਂ ਦੇ ਖਿਲਾਫ ਵੀ ਕੀ ਸੀ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਲਿਆ ਰਹੀ ਸੀ। ਕਿ ਉਹਦੇ ਨਤੀਜੇ ਵਜੋਂ ਕੀ ਸੀ 1857 ਦੀ ਜਿਹੜੀ ਕ੍ਰਾਂਤੀ ਹੋਈ ਸੀ ਤੇ ਉਸ ਕ੍ਰਾਂਤੀ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਜਿਹੜੀ ਬ੍ਰਿਟਿਸ਼ ਦੀ ਸੰਸਦ ਹੈ ਉਹਨੂੰ ਕੀ ਸੀ ਇੱਕ ਕਾਨੂੰਨ ਲਿਆਉਣਾ ਪਿਆ, ਜਿਹਨੂੰ ਕੀ ਨਾਂ ਦਿੱਤਾ ਗਿਆ 1858 ਦਾ ਭਾਰਤ ਸਰਕਾਰ ਅਧੀਨਿਯਮ। ਹੁਣ ਆਪਾਂ ਇਸ ਦੀ ਨਾਂ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਜਿਹੜੇ ਆਪਾਂ ਕਾਨੂੰਨ ਪੜ੍ਹੇ ਆ ਉਹ ਸੀਗੇ ਚਾਰਟਰ ਐਕਟ ਆ ਰਹੇ ਸੀਗੇ। ਕਿ ਇਹ ਭਾਰਤ ਸਰਕਾਰ ਅਧੀਨਿਯਮ ਕਿਵੇਂ ਬਣਿਆ, ਤਾਂ ਇਹਦੇ ਨਾਲ ਕੀ ਸੀ ਕਿ ਜਿਹੜੀ ਕੰਪਨੀ ਦਾ ਸ਼ਾਸਨ ਸੀਗਾ ਉਹ ਸਮਾਪਤ ਕਰ ਦਿੱਤਾ ਗਿਆ ਸੀ ਤੇ ਜਿਹੜਾ ਹੁਣ ਜਿਹੜਾ ਸ਼ਾਸਨ ਸੀਗਾ ਉਹ ਕਿਹਦੇ ਅਧੀਨ ਚੱਲੂਗਾ, ਜਿਹੜਾ ਬ੍ਰਿਟੇਨ ਦਾ ਕਰਾਊਨ ਆ ਉਹਦੇ ਅਧੀਨ ਚੱਲੂਗਾ। ਇਸ ਲਈ ਇਹਨੂੰ ਨਾਂ ਦਿੱਤਾ ਗਿਆ 1858 ਦਾ ਭਾਰਤ ਸਰਕਾਰ ਅਧੀਨਿਯਮ। ਹੁਣ ਆਪਾਂ ਅੱਗੇ ਦੇਖਦੇ ਹਾਂ। ਯੂਨਾਈਟਿਡ ਕਿੰਗਡਮ ਦੇ ਤਤਕਾਲੀ ਪ੍ਰਧਾਨ ਮੰਤਰੀ ਲਾਰਡ ਪਾਮਰਸਨ ਨੇ ਇੱਕ ਬਿੱਲ ਪੇਸ਼ ਕੀਤਾ। ਬਿੱਲ ਪਾਸ ਹੋਣ ਤੋਂ ਪਹਿਲਾਂ ਪਾਮਰਸਨ ਨੂੰ ਇੱਕ ਹੋਰ ਮੁੱਦੇ 'ਤੇ ਅਸਤੀਫਾ ਦੇਣਾ ਪਿਆ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਜਿਹੜਾ ਤਤਕਾਲੀਨ ਪ੍ਰਧਾਨ ਮੰਤਰੀ ਸੀਗਾ ਉਹ ਸੀਗਾ ਲਾਰਡ ਪਾਮਰਸਨ। ਉਹਨੇ ਕੀ ਸੀ ਇੱਕ ਸੰਸਦ ਵਿੱਚ ਬਿੱਲ ਪੇਸ਼ ਕੀਤਾ ਸੀਗਾ ਅਤੇ ਕੀ ਹੋਇਆ, ਜਿਹੜਾ ਬਿੱਲ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ ਭਾਰਤ ਦੀਆਂ ਮੌਜੂਦਾ ਸਥਿਤੀਆਂ ਉਹਨੂੰ ਦੇਖਦੇ ਹੋਏ ਈਸਟ ਇੰਡੀਆ ਕੰਪਨੀ ਦਾ ਜਿਹੜਾ ਸ਼ਾਸਨ ਆ ਉਹਨੂੰ ਸਮਾਪਤ ਕੀਤਾ ਜਾਵੇ ਅਤੇ ਉਹਦੀ ਜਗ੍ਹਾ 'ਤੇ ਜਿਹੜਾ ਕਰਾਊਨ ਦਾ ਸ਼ਾਸਨ ਸ਼ੁਰੂ ਕੀਤਾ ਜਾਵੇ। ਪਰ ਕੀ ਹੋਇਆ ਕਿ ਜਿਹੜਾ ਉਹ ਬਿੱਲ ਸੀਗਾ ਉਹ ਪਾਸ ਨਹੀਂ ਹੋ ਸਕਿਆ ਸੀ, ਕਿਉਂਕਿ ਜਿਹੜਾ ਪਾਮਰਸਨ ਸੀਗਾ ਉਹਨੂੰ ਕਿਸੇ ਹੋਰ ਮੁੱਦੇ ਕਾਰਨ ਆਪਣਾ ਅਸਤੀਫਾ ਦੇਣਾ ਪਿਆ। ਜਦੋਂ ਅਸਤੀਫਾ ਦੇਣਾ ਪਿਆ ਤਾਂ ਕੀ ਉਹਨਾਂ ਦੀ ਜਿਹੜੀ ਸਰਕਾਰ ਸੀ ਡਿੱਗ ਪਈ ਸੀ, ਉਹਦੇ ਕਰਕੇ ਉਹ ਬਿੱਲ ਪਾਸ ਨਹੀਂ ਹੋ ਸਕਿਆ ਸੀਗਾ। ਅੱਗੇ ਹੈ ਐਡਵਰਡ ਹੈਨਰੀ ਸਟੈਨਲੀ ਨੇ ਇੱਕ ਹੋਰ ਬਿੱਲ ਪੇਸ਼ ਕੀਤਾ, ਜਿਸ ਦਾ ਸਿਰਲੇਖ ਭਾਰਤ ਦੀ ਬਿਹਤਰ ਸਰਕਾਰ ਲਈ ਐਕਟ ਸੀ ਅਤੇ ਇਹ 2 ਅਗਸਤ 1858 ਨੂੰ ਪਾਸ ਕੀਤਾ ਗਿਆ ਸੀ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਕਿ ਜਦੋਂ ਫਿਰ ਨਵੀਂ ਸਰਕਾਰ ਬਣੀ ਤਾਂ ਐਡਵਰਡ ਹੈਨਰੀ ਸਟੈਨਲੀ ਸੀ ਜਿਹੜੇ ਉਹਨਾਂ ਨੇ ਕੀ ਸੀ ਇੱਕ ਬਿੱਲ ਪੇਸ਼ ਕੀਤਾ, ਜਿਹੜਾ ਕੀ ਸੀਗਾ ਉਸੇ ਨਾਲ ਹੀ ਰਿਲੇਟਡ ਸੀਗਾ ਕਿ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਦੇ ਸ਼ਾਸਨ ਨੂੰ ਸਮਾਪਤ ਕੀਤਾ ਜਾਵੇ ਅਤੇ ਉਹਦੀ ਜਗ੍ਹਾ 'ਤੇ ਜਿਹੜਾ ਕਰਾਊਨ ਦਾ ਸ਼ਾਸਨ ਲਿਆਂਦਾ ਜਾਵੇ। ਠੀਕ ਹੈ, ਜੇ ਆਪਾਂ ਇਹਦੀ ਗੱਲ ਕਰੀਏ ਕਿ ਸਿਰਲੇਖ ਦੀ, ਤਾਂ ਇਹਨੂੰ ਜਿਹੜਾ ਭਾਰਤ ਦੀ ਬਿਹਤਰ ਸਰਕਾਰ ਲਈ ਐਕਟ ਇਹਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਹੈ, ਜਾਂ ਭਾਰਤ ਦੇ ਸ਼ਾਸਨ ਨੂੰ ਅੱਛਾ ਬਣਾਉਣ ਵਾਲੇ ਐਕਟ ਦੇ ਨਾਮ ਨਾਲ ਵੀ ਇਹ ਜਾਣਿਆ ਜਾਂਦਾ ਹੈ। ਅਤੇ ਇਹ 2 ਅਗਸਤ 1858 ਨੂੰ ਕੀ ਸੀ ਉਸ 'ਤੇ ਸੰਸਦ ਵਿੱਚ ਪਾਸ ਕੀਤਾ ਗਿਆ ਸੀਗਾ। ਅੱਗੇ ਹੈ ਇਸ ਐਕਟ ਦੁਆਰਾ ਬ੍ਰਿਟਿਸ਼ ਰਾਜਸ਼ਾਹੀ ਦੇ ਨਾਮ 'ਤੇ ਸਿੱਧੇ ਤੌਰ 'ਤੇ ਭਾਰਤ 'ਤੇ ਸ਼ਾਸਨ ਕਰਨਾ ਸੀ। ਜਿਹੜਾ ਇਹ ਐਕਟ ਦਾ ਮੁੱਖ ਉਦੇਸ਼ ਕੀ ਸੀਗਾ ਕਿ ਬ੍ਰਿਟਿਸ਼ ਰਾਜਸ਼ਾਹੀ ਦੇ ਨਾਮ 'ਤੇ ਸਿੱਧੇ ਤੌਰ 'ਤੇ ਭਾਰਤ 'ਤੇ ਸ਼ਾਸਨ ਕਰਨਾ ਸੀ। ਅੱਗੇ ਹੈ ਬ੍ਰਿਟਿਸ਼ ਸੰਸਦ ਨੇ ਇੱਕ ਐਕਟ ਪਾਸ ਕੀਤਾ ਜਿਸ ਨਾਲ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਅੰਤ ਹੋਇਆ ਅਤੇ ਭਾਰਤ ਦੇ ਸ਼ਾਸਨ ਦਾ ਨਿਯੰਤਰਣ ਬ੍ਰਿਟਿਸ਼ ਸਮਰਾਟ ਦੇ ਹਵਾਲੇ ਕਰ ਦਿੱਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੀ ਬ੍ਰਿਟਿਸ਼ ਸੰਸਦ ਸੀ ਉਹਨੇ ਜਿਹੜੀ ਈਸਟ ਇੰਡੀਆ ਕੰਪਨੀ ਦਾ ਜਿਹੜਾ ਸ਼ਾਸਨ ਚੱਲ ਰਿਹਾ ਸੀ, ਆਪਾਂ ਪੜ੍ਹਿਆ ਸੀ ਕਿ ਰੈਗੂਲੇਟਿੰਗ ਐਕਟ 1773 ਵਿੱਚ ਕੀ ਸੀ 1773 ਵਿੱਚ ਇਹਨਾਂ ਨੂੰ ਕੀ ਸੀ ਵਪਾਰ ਕਰਨ ਦਾ ਅਧਿਕਾਰ ਦਿੱਤਾ ਸੀਗਾ ਈਸਟ ਇੰਡੀਆ ਕੰਪਨੀ ਨੂੰ। ਇਹ ਹੁਣ ਕਿਹੜੇ ਐਕਟ ਨਾਲ ਸਮਾਪਤ ਕਰ ਦਿੱਤਾ ਗਿਆ ਸੀ 1858 ਦੇ ਭਾਰਤ ਸਰਕਾਰ ਅਧੀਨਿਯਮ ਦੇ ਨਾਲ। ਠੀਕ ਹੈ, ਅਤੇ ਇਸ ਦੇ ਨਾਲ ਹੀ ਕੀ ਸੀ ਜਿਹੜਾ ਮੁਗਲ ਬਾਦਸ਼ਾਹ ਦਾ ਜਿਹੜਾ ਪਦ ਸੀਗਾ ਚੱਲਦਾ ਆ ਰਿਹਾ ਉਹ ਵੀ ਇਹਦੇ ਨਾਲ ਕੀ ਸੀ ਇਸ ਐਕਟ ਦੇ ਨਾਲ ਸਮਾਪਤ ਕਰ ਦਿੱਤਾ ਗਿਆ ਸੀ। ਅਤੇ ਜਿਹੜਾ ਭਾਰਤ ਦਾ ਸ਼ਾਸਨ ਸੀ ਹੁਣ ਕੌਣ ਸੰਭਾਲੂਗਾ, ਉਹ ਬ੍ਰਿਟਿਸ਼ ਸਮਰਾਟ ਦੇ ਨਿਯੰਤਰਣ ਵਿੱਚ ਕੀਤਾ ਜਾਊਗਾ। ਅੱਗੇ ਹੈ ਕੰਪਨੀ ਦੇ ਨਿਰਦੇਸ਼ਕ ਮੰਡਲ, ਜਿਹਨੂੰ BOD ਬੋਰਡ ਆਫ ਡਾਇਰੈਕਟਰ ਵੀ ਕਿਹਾ ਜਾਂਦਾ ਹੈ ਅਤੇ ਕੋਰਟ ਆਫ ਡਾਇਰੈਕਟਰ ਵੀ ਕਿਹਾ ਜਾਂਦਾ ਹੈ।
ਅਤੇ ਨਿਯੰਤਰਣ ਬੋਰਡ BOC ਦੀਆਂ ਸ਼ਕਤੀਆਂ ਮਹਾਰਾਣੀ ਦੇ ਪ੍ਰਮੁੱਖ, ਇਹਨੂੰ ਸੈਕਟਰ ਵੀ ਕਹਿੰਦੇ ਆ, ਸੈਕਟਰੀ ਵੀ ਕਹਿੰਦੇ ਆ ਅਤੇ ਸਚਿਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਦਿੱਤੀਆਂ ਗਈਆਂ ਸਨ, ਜਿਹੜਾ ਕਿ ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਸੀ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਨਿਰਦੇਸ਼ਕ ਮੰਡਲ ਸੀ, ਆਪਾਂ ਨੂੰ ਪਤਾ ਹੈ ਕਿ ਰੈਗੂਲੇਟਿੰਗ ਐਕਟ 1773 ਵਿੱਚ ਕੀ ਸੀ, ਨਿਰਦੇਸ਼ਕ ਮੰਡਲ ਦਾ ਜਿਹੜਾ ਸੀਗਾ ਭਾਰਤ 'ਤੇ ਸ਼ਾਸਨ ਕਰ ਰਿਹਾ ਸੀਗਾ। ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਜਿਹੜਾ ਨਿਯੰਤਰਣ ਬੋਰਡ ਸੀਗਾ, ਜਿਹਨੂੰ ਕੀ ਆ BOC ਵੀ ਕਹਿੰਦੇ ਆ, ਬੋਰਡ ਆਫ ਕੰਟਰੋਲ। ਜਿਹੜਾ BOC ਸੀਗਾ, ਇਹਦੀ ਸਥਾਪਨਾ ਕੀਤੀ ਗਈ ਸੀ 1784 ਦੇ ਪਿਟਸ ਇੰਡੀਆ ਐਕਟ ਦੇ ਨਾਲ। ਕਿ 1784 ਵਿੱਚ ਆਪਾਂ ਨੂੰ ਪਤਾ ਹੈ ਕਿ ਨਿਰਦੇਸ਼ਕ ਮੰਡਲ ਅਤੇ ਜਿਹੜਾ ਨਿਯੰਤਰਣ ਬੋਰਡ ਹੈ, ਇਹਦੇ ਕੰਮ ਜਿਹੜੇ ਵੱਖੋ ਵੱਖ ਕਰ ਦਿੱਤੇ ਗਏ ਸੀ। ਅਤੇ ਜਿਹੜੇ ਨਿਯੰਤਰਣ ਬੋਰਡ ਹੈ ਉਹ ਕਿਹੜੇ ਕੰਮ ਦੇਖਦਾ ਸੀਗਾ, ਰਾਜਨੀਤਿਕ ਕੰਮ, ਅਤੇ ਜਿਹੜਾ ਨਿਰਦੇਸ਼ਕ ਮੰਡਲ ਹੈ ਇਹ ਦੇਖਦਾ ਸੀ ਵਪਾਰੀ ਕੰਮ। ਕਿ ਜਿਹੜੀ 1784 ਵਿੱਚ ਜਦੋਂ ਇਹਨਾਂ ਦੇ ਕੰਮਾਂ ਦੀ ਵੱਖੋ ਵੱਖ ਵੰਡ ਕਰ ਦਿੱਤੀ ਗਈ, ਜਿਹੜੀ ਦਵੈਤ ਸ਼ਾਸਨ ਪ੍ਰਣਾਲੀ ਚੱਲੀ ਆ ਰਹੀ ਸੀ, ਉਹ 1858 ਦੇ ਐਕਟ ਨਾਲ ਇਹਨਾਂ ਨੂੰ ਸਮਾਪਤ ਕਰਨ 'ਤੇ ਉਹ ਵੀ ਦਵੈਤ ਸ਼ਾਸਨ ਪ੍ਰਣਾਲੀ ਵੀ ਖਤਮ ਹੋ ਗਈ ਸੀਗੀ। ਅਤੇ ਜਿਹੜੀਆਂ ਇਹਦੀਆਂ ਸ਼ਕਤੀਆਂ ਸੀਗੀਆਂ ਉਹ ਹੁਣ ਕਿਹਨੂੰ ਦੇ ਦਿੱਤੀਆਂ ਗਈਆਂ, ਰਾਣੀ ਦੇ ਪ੍ਰਮੁੱਖ, ਸੈਕਟਰੀ ਕਹਿੰਦੇ ਉਹਨੂੰ, ਸਚਿਵ ਕਹਿੰਦੇ ਉਹਨੂੰ, ਦੇ ਦਿੱਤੀਆਂ ਗਈਆਂ। ਜਿਹੜਾ ਸਚਿਵ ਹੁੰਦਾ ਸੀ, ਕੌਣ ਹੁੰਦਾ ਸੀ, ਇਹ ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਹੁੰਦਾ ਸੀਗਾ। ਅੱਗੇ ਹੈ ਭਾਰਤ ਸਚਿਵ ਦੀ ਸਹਾਇਤਾ ਲਈ 15 ਭਾਰਤੀ ਮੈਂਬਰੀ ਪਰਿਸ਼ਦ, ਜਾਂ ਇਹਨੂੰ ਇੰਡੀਆ ਕਾਉਂਸਲ ਵੀ ਕਹਿ ਦਿੰਦੇ ਆ, ਦਾ ਗਠਨ ਕੀਤਾ ਗਿਆ, ਜਿਹੜੀ ਕਿ ਇੱਕ ਸਲਾਹਕਾਰ ਪਰਿਸ਼ਦ ਸੀਗੀ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਜਿਹੜਾ ਕਿ ਭਾਰਤ ਸਚਿਵ ਬਣਾਇਆ ਸੀਗਾ, ਉਹਦੀ ਸਹਾਇਤਾ ਲਈ ਕੀ ਸੀ, 15 ਭਾਰਤੀ ਮੈਂਬਰੀ ਪਰਿਸ਼ਦ ਦਾ ਗਠਨ ਕੀਤਾ ਗਿਆ ਸੀ। ਜਿਹੜੇ 15 ਮੈਂਬਰ ਸੀਗੇ, ਇਹਦੇ ਵਿੱਚੋਂ ਜਿਹੜੇ 8 ਮੈਂਬਰ ਸੀਗੇ ਉਹ ਤਾਂ ਚੁਣੇ ਜਾਂਦੇ ਸੀਗੇ ਕਰਾਊਨ ਵੱਲੋਂ, ਜਾਂ ਬ੍ਰਿਟੇਨ ਦੀ ਉਸ ਸਮੇਂ ਮਹਾਰਾਣੀ ਸੀ ਉਹਦੇ ਵੱਲੋਂ। ਅਤੇ ਇਸ ਦੇ ਨਾਲ ਜੇ ਆਪਾਂ 7 ਮੈਂਬਰਾਂ ਦੀ ਗੱਲ ਕਰੀਏ ਤਾਂ ਜਿਹੜਾ ਨਿਰਦੇਸ਼ਕ ਮੰਡਲ ਹੈ, ਜਾਂ ਕਹਿ ਦਈਏ ਆਪਾਂ ਨੂੰ ਬੋਰਡ ਆਫ ਡਾਇਰੈਕਟਰ ਜਾਂ ਕੋਰਟ ਆਫ ਡਾਇਰੈਕਟਰ, ਉਹਦੇ ਦੁਆਰਾ 7 ਮੈਂਬਰ ਚੁਣੇ ਜਾਂਦੇ ਸੀ। ਇਹਨਾਂ ਦਾ ਮੁੱਖ ਕੰਮ ਕੀ ਸੀਗਾ, ਭਾਰਤ ਨੂੰ ਸਲਾਹ ਦੇਣਾ। ਠੀਕ ਹੈ, ਜਿਹੜੀ ਭਾਰਤੀ ਮੈਂਬਰ ਪਰਿਸ਼ਦ ਸੀ, ਇਹਦਾ ਕੰਮ ਸੀਗਾ ਭਾਰਤ ਸਚਿਵ ਨੂੰ ਸਲਾਹ ਦੇਣ ਦਾ। ਅੱਗੇ ਹੈ ਲਾਰਡ ਸਟੈਨਲੀ ਭਾਰਤ ਦੇ ਪਹਿਲੇ ਰਾਜ ਸਚਿਵ ਬਣੇ। ਹਾਂਜੀ, ਪੁੱਛਿਆ ਜਾ ਸਕਦਾ ਹੈ ਕਿ ਭਾਰਤ ਦੇ ਪਹਿਲੇ ਰਾਜ ਸਚਿਵ ਕੌਣ ਬਣੇ, ਤਾਂ ਲਾਰਡ ਸਟੈਨਲੀ। ਅੱਗੇ ਹੈ ਇਸ ਐਕਟ ਦੁਆਰਾ ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਨੂੰ ਕਹਿੰਦੇ ਆ, ਸਮਰਾਟ ਦਾ ਪ੍ਰਤੀਨਿਧੀ ਵੀ ਕਹਿੰਦੇ ਆ, ਕਿਹਾ ਜਾਣ ਲੱਗਿਆ। ਕੀ ਹੋਇਆ, ਜਿਹੜਾ ਇਸ ਐਕਟ ਦੇ ਨਾਲ ਪਹਿਲਾਂ ਜਿਹੜਾ ਗਵਰਨਰ ਜਨਰਲ ਸੀਗਾ ਉਹ ਕੀ ਸੀ, ਹੁਣ ਵਾਇਸਰਾਏ ਬਣ ਗਿਆ ਸੀ। ਵਾਇਸਰਾਏ ਦਾ ਅਰਥ ਹੁੰਦਾ ਹੈ ਸਮਰਾਟ ਦਾ ਪ੍ਰਤੀਨਿਧੀ। ਹਾਂਜੀ, ਕੁਐਸਚਨ ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ ਕਦੋਂ ਗਵਰਨਰ ਜਨਰਲ ਨੂੰ ਵਾਇਸਰਾਏ ਬਣਾ ਦਿੱਤਾ ਗਿਆ ਸੀਗਾ, ਤਾਂ 1858 ਦੇ ਐਕਟ ਦੇ ਨਾਲ। ਅੱਗੇ ਹੈ ਭਾਰਤ ਦਾ ਪਹਿਲਾ ਵਾਇਸਰਾਏ ਅਤੇ ਅੰਤਿਮ ਗਵਰਨਰ ਜਨਰਲ ਲਾਰਡ ਕੈਨਿੰਗ ਬਣਿਆ। ਹਾਂਜੀ, ਇਹ ਕੁਐਸਚਨ ਵੀ ਬਹੁਤ ਹੀ ਇੰਪੋਰਟੈਂਟ ਹੈ, ਲਗਭਗ ਹਰ ਐਗਜ਼ਾਮ ਵਿੱਚ ਇਹੀ ਮਿਲੂਗਾ ਕਿ ਭਾਰਤ ਦਾ ਅੰਤਿਮ ਗਵਰਨਰ ਜਨਰਲ ਅਤੇ ਪਹਿਲਾ ਵਾਇਸਰਾਏ ਕੌਣ ਸੀ, ਲਾਰਡ ਕੈਨਿੰਗ। ਜਾਂ ਐਂ ਵੀ ਪੁੱਛਿਆ ਜਾ ਸਕਦਾ ਹੈ ਕਿ ਪਹਿਲਾ ਵਾਇਸਰਾਏ ਜਿਹੜਾ ਕਦੋਂ ਬਣਾਇਆ ਗਿਆ ਸੀ, 1858 ਦੇ ਐਕਟ ਨਾਲ ਬਣਾਇਆ ਗਿਆ ਸੀ। ਅਤੇ ਅੰਤਿਮ ਗਵਰਨਰ ਜਨਰਲ ਜਾਂ ਕਹਿ ਦਈਏ ਜਿਹੜਾ ਗਵਰਨਰ ਜਨਰਲ ਦਾ ਪਦ ਦਾ ਉਹ ਕਦੋਂ ਸਮਾਪਤ ਕੀਤਾ ਗਿਆ ਸੀ, 1858 ਦੇ ਐਕਟ ਨਾਲ। ਅੱਗੇ ਹੈ ਲਾਰਡ ਕੈਨਿੰਗ ਦੁਆਰਾ ਇਲਾਹਾਬਾਦ ਵਿੱਚ 1 ਨਵੰਬਰ 1858 ਨੂੰ ਘੋਸ਼ਣਾ ਪੜ੍ਹੀ ਗਈ। ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਮਹਾਰਾਣੀ ਵਿਕਟੋਰੀਆ ਸੀਗੀ, ਉਹਨੇ ਕੀ ਸੀ, ਇੱਕ ਘੋਸ਼ਣਾ ਕੀਤੀ ਸੀਗੀ। ਜਿਹੜੀ ਘੋਸ਼ਣਾ ਕੀ ਸੀ, ਲਾਰਡ ਕੈਨਿੰਗ ਦੁਆਰਾ ਪੜ੍ਹੀ ਗਈ ਸੀਗੀ ਇਲਾਹਾਬਾਦ ਵਿੱਚ 1 ਨਵੰਬਰ 1858 ਨੂੰ। ਅੱਗੇ ਦੇਖਦੇ ਹਾਂ ਘੋਸ਼ਣਾ ਵਿੱਚ ਕੀ ਸੀ। ਇਸ ਘੋਸ਼ਣਾ ਵਿੱਚ ਸਾਰੇ ਭਾਰਤੀ ਰਾਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜਿਹੜੀ ਘੋਸ਼ਣਾ ਵਿੱਚ ਇਹਦੇ ਵਿੱਚ ਕੀ ਕਿਹਾ ਗਿਆ, ਜਿਹੜੇ ਭਾਰਤੀ ਰਾਜੇ ਆ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਊਗਾ, ਇਹਦਾ ਉਹਦੇ ਨਾਲ ਵਾਅਦਾ ਕੀਤਾ ਗਿਆ ਸੀ। ਅਤੇ ਭਾਰਤ ਵਿੱਚ ਬ੍ਰਿਟਿਸ਼ ਪ੍ਰਦੇਸ਼ਾਂ ਦੇ ਵਿਸਥਾਰ 'ਤੇ ਪਾਬੰਦੀ ਲਗਾਈ ਜਾਊਗੀ। ਆਪਾਂ ਪਹਿਲਾਂ ਪੜ੍ਹਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ ਕੀ ਸੀ, ਉਹ ਆਪਣੇ ਖੇਤਰਾਂ ਵਿੱਚ ਕੀ ਸੀ, ਵਾਧਾ ਕਰ ਰਹੀ ਸੀ। ਪਰ ਇਸ ਐਕਟ ਵਿੱਚ ਕਿਹਾ ਗਿਆ ਕਿ ਜਿਹੜੀ ਹੁਣ ਕੰਪਨੀ ਹੈ ਉਹ ਕੀ ਸੀ, ਜਿਹੜੇ ਪ੍ਰਦੇਸ਼ਾਂ ਦਾ ਵਿਸਤਾਰ ਨਹੀਂ ਕਰੂਗੀ, ਉਹਦੇ ਉੱਪਰ ਕੀ ਸੀ, ਇਹਨਾਂ ਨੇ ਪਾਬੰਦੀ ਲਗਾਈ ਸੀ। ਅੱਗੇ ਹੈ ਇਸ ਨੇ ਲੋਕਾਂ ਦੇ ਪੁਰਾਣੇ ਅਧਿਕਾਰਾਂ ਅਤੇ ਪਰੰਪਰਾਵਾਂ ਆਦਿ ਦਾ ਸਤਿਕਾਰ ਕਰਨ ਅਤੇ ਨਿਆਂ, ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦੀ ਪਾਲਣ ਕਰਨ ਦਾ ਵਾਅਦਾ ਕੀਤਾ ਗਿਆ ਸੀ।
हाँ जी की सी इस एक्ट ਵਿੱਚ ਜਿਹੜੇ ਲੋਕ ਸੀ ਇਹਦੇ ਵਿੱਚ ਕਿਹਾ ਗਿਆ ਕਿ ਲੋਕਾਂ ਦੀ ਜਿਹੜੀਆਂ ਪਰੰਪਰਾਵਾਂ ਹੈ ਰੀਤੀ ਰਿਵਾਜ ਆ ਠੀਕ ਹੈ ਉਹਨਾਂ ਦਾ ਸਤਿਕਾਰ ਕੀਤਾ ਜਾਊਗਾ ਉਹਨਾਂ ਨਾਲ ਨਿਆਂ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਨੂੰ ਅਪਣਾਇਆ ਜਾਊਗਾ। ਇਹ ਸਭ ਉਹਨਾਂ ਦੇ ਵਾਅਦੇ ਕੀਤੇ ਗਏ ਪਰ ਕੀ ਸੀ ਇਹ ਸਿਰਫ ਕਾਗਜ਼ਾਂ ਤੱਕ ਹੀ ਰਹੇ ਆ ਕਿ ਇਹਨਾਂ ਨੂੰ ਲਾਗੂ ਨਹੀਂ ਹੋਏ ਸੀ। ਅੱਗੇ ਹੈ ਹਰੇਕ ਵਿਅਕਤੀ ਜਾਤ ਅਤੇ ਧਰਮ ਤੋਂ ਬਿਨਾਂ ਸਿਰਫ ਆਪਣੀ ਯੋਗਤਾ ਅਤੇ ਸਿੱਖਿਆ ਦੇ ਆਧਾਰ 'ਤੇ ਪ੍ਰਬੰਧਕੀ ਸੇਵਾਵਾਂ ਜਿਹਨੂੰ ਸਿਵਲ ਸੇਵਾ ਪ੍ਰੀਖਿਆ ਵੀ ਕਹਿੰਦੇ ਆ ਵਿੱਚ ਦਾਖਲਾ ਲੈਣ ਦਾ ਹੱਕਦਾਰ ਹੋਵੇਗਾ। ਕੀ ਸੀ ਇਹ ਤੋਂ ਪਹਿਲਾਂ ਜਿਹੜੀਆਂ ਪ੍ਰੀਖਿਆਵਾਂ ਸੀਗੀਆਂ ਸਿਵਲ ਸੇਵਾ ਪ੍ਰੀਖਿਆ ਉਹਨਾਂ ਨੂੰ ਕੀ ਸੀ ਉਹਨਾਂ ਦੇ ਜਾਤ ਦੇ ਆਧਾਰ 'ਤੇ ਠੀਕ ਹੈ ਧਰਮ ਦੇ ਆਧਾਰ 'ਤੇ ਉਹਨਾਂ ਨਾਲ ਕੀ ਸੀ ਭੇਦਭਾਵ ਕੀਤਾ ਜਾਂਦਾ ਸੀ। ਪਰ ਇਸ ਐਕਟ ਵਿੱਚ ਕੀ ਕਿਹਾ ਗਿਆ ਕਿ ਉਹਨਾਂ ਨਾਲ ਜਾਤ ਦੇ ਆਧਾਰ 'ਤੇ ਧਰਮ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ। ਉਹਨਾਂ ਨੂੰ ਆਪਣੀ ਯੋਗਤਾ ਦੇ ਆਧਾਰ 'ਤੇ ਕੀ ਆ ਆਪਣੀ ਯੋਗਤਾ ਅਤੇ ਸਿੱਖਿਆ ਦੇ ਆਧਾਰ 'ਤੇ ਕਿ ਆਪਣੇ ਜਿਹੜੇ ਹੱਕ ਆ ਉਹ ਲੈ ਸਕਦੇ ਆ ਅਤੇ ਜਿਹੜੀਆਂ ਪ੍ਰਬੰਧਕੀ ਸੇਵਾ ਵਿੱਚ ਜਿਹੜਾ ਦਾਖਲਾ ਵੀ ਉਹ ਲੈਣ ਦੇ ਹੁਣ ਹੱਕਦਾਰ ਹੋਣਗੇ। ਅੱਗੇ ਹੈ ਰਾਜਿਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਅਤੇ ਦੂਜੇ ਪਾਸੇ ਮੱਧ ਵਰਗ ਨੇ ਵੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਗਿਆ। ਜੀ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹਦੇ ਵਿੱਚ ਕਿਹਾ ਗਿਆ ਕਿ ਰਾਜਿਆਂ ਨੂੰ ਕੀ ਸੀ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ ਅਤੇ ਦੂਜੇ ਪਾਸੇ ਕਿਹਾ ਗਿਆ ਜਿਹੜੇ ਮੱਧ ਵਰਗ ਦੇ ਲੋਕ ਆ ਉਹਨਾਂ ਦੇ ਵਿਕਾਸ ਲਈ ਵੀ ਕੀ ਉਹਨਾਂ ਨੂੰ ਮੌਕੇ ਪ੍ਰਦਾਨ ਕੀਤੇ ਜਾਣਗੇ। ਪਰ ਇਹ ਸਿਰਫ ਕਹਿਣ ਦੀਆਂ ਗੱਲਾਂ ਸੀ ਇਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹੀਆਂ। ਹਾਂਜੀ ਇਸ ਦੇ ਨਾਲ ਹੀ ਜਿਹੜੀ ਆਪਣੀ ਅੱਜ ਦੀ ਕਲਾਸ ਹੈ ਇਹ ਸਮਾਪਤ ਹੁੰਦੀ ਹੈ। ਜੇ ਤੁਹਾਨੂੰ ਕਲਾਸ ਅੱਜ ਦੀ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਟਾਈਮ। ਧੰਨਵਾਦ ਜੀ।